PTC ਨੈਟਵਰਕ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ। ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਇੱਕ ਵਾਰ ਫੇਰ ਤਿਆਰ ਹੈ ਉਸ ਵੱਡੇ ਇਵੈਂਟ ਦੇ ਲਈ ਜਿਹਦੇ ਵਿੱਚ ਉਹ ਪੂਰੇ ਅਮਰੀਕਾ, ਸਿਰਫ ਅਮਰੀਕਾ ਨਹੀਂ, ਇੰਡੀਆ ਔਰ ਕੈਨੇਡਾ ਤੱਕ ਤੋਂ ਲਿਆ ਕੇ ਹੋਰ ਬਹੁਤ ਸਾਰੇ ਮੁਲਕਾਂ ਤੋਂ ਲਿਆ ਕੇ ਸਿੱਖ ਐਂਟਰਪ੍ਰੀਨਰਸ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਕੀ ਕੁਝ ਇਸ ਵਾਰੀ ਹੋਣ ਵਾਲਾ ਹੈ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਦੇ ਇਸ ਵਾਰ ਦੇ ਗੈਲਾ ਦੇ ਵਿੱਚ, ਉਹਦੇ ਬਾਰੇ ਅਸੀਂ ਗੱਲ ਕਰਨ ਦੇ ਵਾਸਤੇ SSCC ਦੇ ਬੋਰਡ ਮੈਂਬਰਸ ਤੇ ਮੈਂਬਰ ਸਾਡੇ ਨਾਲ ਮੌਜੂਦ ਨੇ। ਗੁਰਮੁਖ ਮੁੱਦਰ ਸਾਡੇ ਨਾਲ ਮੌਜੂਦ ਨੇ ਜਿਹੜੇ CPA ਵੀ ਨੇ ਔਰ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਦੇ ਮੈਂਬਰ ਵੀ ਨੇ, ਔਰ ਨਾਲ ਹੀ ਬਲਜੀਤ ਸਿੰਘ ਚੁੱਗ ਜਿਹੜੇ ਕਿ ਚੁੱਗ CPA ਦੇ ਆਨਰ ਨੇ ਔਰ ਖੁਦ ਬੋਰਡ ਮੈਂਬਰ ਵੀ ਨੇ। ਥੈਂਕ ਯੂ ਵੈਰੀ ਮੱਚ, ਤੁਸੀਂ ਆਪਣਾ ਵਕਤ ਕੱਢਿਆ ਸਾਡੇ ਕੋਲ ਆਉਣ ਦੇ ਵਾਸਤੇ। ਪਹਿਲਾ ਔਰ ਇੰਪੋਰਟੈਂਟ ਸਵਾਲ ਬਲਜੀਤ ਭਾਜੀ ਤੁਹਾਡੇ ਨਾਲ, ਤੁਸੀਂ ਸ਼ਾਇਦ ਲਗਭਗ ਸ਼ੁਰੂ ਦੇ ਸਮੇਂ ਤੋਂ ਇਸ ਆਰਗੇਨਾਈਜੇਸ਼ਨ ਦੇ ਨਾਲ ਮੌਜੂਦ ਹੋ। ਕਾਫੀ ਵਾਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸ ਚੁੱਕੇ ਹਾਂ, ਸਾਲ 'ਚ ਇੱਕ ਵਾਰ ਤੇ ਘੱਟੋ ਘੱਟ ਦੱਸਦੇ ਹਾਂ, ਬਟ ਮੈਨੂੰ ਲੱਗਦਾ ਕਿ ਰੀਫਰੈਸ਼ ਕਰਾਉਣ ਲਈ ਜ਼ਰੂਰੀ ਹੈ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਕਿਉਂ? ਬਹੁਤ ਸਾਰੇ ਚੈਂਬਰ ਆਫ ਕਾਮਰਸ ਆਲਰੇਡੀ ਹੈਗੇ ਨੇ। ਹਾਂਜੀ, ਸੋ ਸਭ ਤੋਂ ਪਹਿਲਾਂ ਦਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਇੱਥੇ ਇਨਵਾਈਟ ਕਰਨ ਵਾਸਤੇ। ਵੈਲਕਮ ਭਾਜੀ। ਤੇ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਇੱਕ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ। ਇਹਦਾ ਸਾਡਾ ਜੋ ਮੇਨ ਗੋਲ ਹੈਗਾ ਸਾਰੀ ਸਿੱਖ ਕਮਿਊਨਿਟੀ ਨੂੰ ਗਲੋਬਲ ਲੈਵਲ ਤੇ ਇੱਕ ਪਲੇਟਫਾਰਮ ਤੇ ਲਿਆ ਕੇ ਇਕੱਠਾ ਕਰਨ ਦੀ। ਉਹਦੇ ਵਿੱਚ ਅਸੀਂ ਜਿਹੜੇ ਬਡਿੰਗ ਐਂਟਰਪ੍ਰੀਨਿਓਰਸ ਨੇ, ਐਕਸਪੀਰੀਅੰਸ ਐਂਟਰਪ੍ਰੀਨਿਓਰਸ ਨੇ, ਪ੍ਰੋਫੈਸ਼ਨਲਸ ਨੇ ਜਾਂ ਸਟੂਡੈਂਟਸ ਨੇ, ਉਹਨਾਂ ਨੂੰ ਇੱਕ ਦੂਜੇ ਨਾਲ ਕਨੈਕਟ ਕਰੀਏ ਤਾਂ ਕਿ ਅਸੀਂ ਐਜ਼ ਅ ਕਮਿਊਨਿਟੀ ਇੱਕ ਦੂਜੇ ਦੀ ਹੈਲਪ ਕਰ ਸਕੀਏ, ਸਪੋਰਟ ਕਰ ਸਕੀਏ ਤੇ ਐਜ਼ ਅ ਕਮਿਊਨਿਟੀ ਅਸੀਂ ਗਰੋ ਕਰ ਸਕੀਏ। ਹੁਣ ਅਸੀਂ ਦੂਸਰੀ ਕਮਿਊਨਿਟੀ ਨੂੰ ਅਗਰ ਅਸੀਂ ਝਾਤੀ ਮਾਰੀਏ ਤੇ ਜਿਵੇਂ ਜਿਊਇਸ਼ ਕਮਿਊਨਿਟੀ ਹੈ ਜਿਹਨਾਂ ਦੀ ਹਮੇਸ਼ਾ ਐਗਜ਼ਾਮਪਲ ਲੈਂਦੇ ਆਪਾਂ। ਹਾਂਜੀ ਜੀ, ਹਮੇਸ਼ਾ ਐਗਜ਼ਾਮਪਲ ਲੈਂਦੇ ਹਾਂ। ਔਰ ਉਹ ਕਿਉਂ ਸਟਰੋਂਗ ਨੇ? ਉਹ ਇਸ ਕਰਕੇ ਸਟਰੋਂਗ ਨੇ ਕਿਉਂਕਿ ਬਿਜ਼ਨਸ ਪੱਖ ਤੋਂ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਨੂੰ ਬਿਲਡ ਕੀਤਾ ਹੈ। ਇਸੇ ਤਰੀਕੇ ਨਾਲ ਅਸੀਂ ਵੀ ਇਸ ਇੰਸਟੀਚਿਊਟ ਨੂੰ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਕੋਈ ਵੀ ਕਮਿਊਨਿਟੀ ਸਟਰੋਂਗ ਤਾਂ ਹੀ ਹੁੰਦੀ ਹੈ ਜੋ ਬਿਜ਼ਨਸ ਪੱਖ ਤੋਂ ਸਟਰੋਂਗ ਹੁੰਦੀ ਹੈ। ਤੇ ਮੇਨ ਜਿਹੜਾ ਸਾਡਾ ਮਕਸਦ ਸੀ ਉਸ ਕਰਕੇ ਹੀ ਸੀ। ਬਟ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਸਿੱਖ ਨਾਮ ਹੈ ਤੇ ਕੀ ਹੈ ਸਿੱਖਾਂ ਵਾਸਤੇ ਹੀ ਹੈ, ਪਰ ਇਹ ਜਿਹੜੀ ਜਿਹੜਾ ਸਾਡਾ ਆਰਗੇਨਾਈਜੇਸ਼ਨ ਸਿਰਫ ਸਿੱਖਾਂ ਵਾਸਤੇ ਨਹੀਂ ਹੈ, ਸਿੱਖਾਂ ਵੱਲੋਂ ਹੈ, ਰਿਪਰੈਜ਼ੈਂਟ ਕਰਦਾ ਹੈ, ਨਾਮ ਸਿੱਖ ਹੈ, ਪਰ ਸਾਰੇ ਵੈਲਕਮ ਨੇ ਇਸ ਨੂੰ ਜੁਆਇਨ ਕਰਨ ਵਾਸਤੇ। ਇਸ ਤੋਂ ਕਿਸੇ ਵੀ ਤਰੀਕੇ ਨਾਲ ਅਗਰ ਉਹ ਬੈਨੀਫਿਟ ਲੈਣਾ ਚਾਹੁੰਦੇ ਨੇ ਲੈ ਸਕਦੇ ਨੇ। ਸੋ ਮੋਸਟਲੀ ਤੁਸੀਂ ਸਾਊਥ ਏਸ਼ੀਅਨ ਜਾਂ ਇੰਡੀਅਨ ਕਮਿਊਨਿਟੀ ਨੂੰ ਹੈਲਪ ਕਰਨ 'ਚ ਜ਼ਿਆਦਾ ਮਿਹਨਤ ਕਰ ਰਹੇ ਹੋ। ਸੋ ਇਹਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਵੀ ਰਹੇ ਹਾਂ ਜੌਬ ਫੇਅਰਸ ਦੇ ਜ਼ਰੀਏ ਵੀ, ਔਰ ਇਹ ਆਰਗੇਨਾਈਜੇਸ਼ਨ ਜਿਹੜੀ ਹੈ ਸਪੈਸ਼ਲੀ ਔਰਤਾਂ ਦੇ ਵਾਸਤੇ ਵੀ ਜਿਹੜੀ ਹੈ ਇੱਕ ਵੱਖਰੇ ਇਵੈਂਟਸ ਕਰਦੀ ਹੈ ਜਿਹਦੇ ਵਿੱਚ ਉਹਨਾਂ ਦੀ ਕੌਨਫੀਡੈਂਸ ਬਿਲਡਿੰਗ ਤੋਂ ਲੈ ਕੇ ਜੌਬ ਸਟਰਕਚਰ ਨੂੰ ਇੰਟਰੋਡਿਊਸ ਕਰਾਉਣ ਤੱਕ ਔਰ ਕਿੱਦਾਂ ਸਟਰਗਲ ਨੂੰ ਤੁਸੀਂ ਫੇਸ ਕਰਦੇ ਹੋ ਉਹਦੇ ਤੱਕ। ਮੁੱਦਰ ਸਾਹਿਬ, ਮੈਨੂੰ ਇਹ ਦੱਸੋ ਕਿ ਜਿਹੜਾ ਇਸ ਵਾਰ ਦਾ ਗੈਲਾ ਆ, ਥੋੜ੍ਹੀਆਂ ਜਿਹੀ ਕਿਉਂਕਿ ਤਸਵੀਰਾਂ ਪਿੱਛੇ ਲੋਕ ਦੇਖ ਰਹੇ ਨੇ ਤੇ ਉਹ ਕੁਛ ਅੰਦਾਜ਼ਾ ਲੱਗ ਰਿਹਾ ਹੋਣਾ ਕੀ ਹੋਣ ਵਾਲਾ ਹੈ, ਥੋੜ੍ਹਾ ਜਿਹਾ ਡਿਟੇਲ ਦੱਸੋ ਕਿ ਇਸ ਵਾਰ ਦਾ ਪ੍ਰੋਫਾਈਲ ਜਿਹੜਾ ਪਹਿਲੇ ਨਾਲੋਂ ਵੀ ਵੱਡਾ ਹੋਇਆ ਲੱਗਦਾ ਔਰ ਨੰਬਰ ਵੀ ਜ਼ਿਆਦਾ ਆ ਪਹਿਲੇ ਨਾਲੋਂ। ਜੀ ਬਿਲਕੁਲ, ਇਸ ਸਾਲ ਸਾਡਾ ਜੋ ਗਾਲਾ ਹੈ, ਐਨੂਅਲ ਗਾਲਾ, ਇਹ 13 ਅਕਤੂਬਰ ਨੂੰ ਲਿਬਰਟੀ ਸਾਇੰਸ ਸੈਂਟਰ ਦੇ ਵਿੱਚ ਹੋ ਰਿਹਾ ਹੈ, ਜੋ ਕਿ ਇੱਕ ਸਟੇਟ ਆਫ ਦੀ ਆਰਟ ਫੈਸਿਲਿਟੀ ਹੈ। ਇਸ ਦੇ ਵਿੱਚ ਅਸੀਂ ਕੁਝ ਐਸੀਆਂ ਸ਼ਖਸੀਅਤਾਂ ਨੂੰ ਬੁਲਾਇਆ ਹੈ ਜਿਨ੍ਹਾਂ ਨੇ ਕਿ ਬਾਵਜੂਦ ਬਹੁਤ ਸਾਰੀਆਂ ਔਕੜਾਂ ਦੇ ਬਹੁਤ ਉੱਚੇ ਮੁਕਾਮ ਹਾਸਲ ਕੀਤੇ ਹਨ। ਤੇ ਜਿਵੇਂ ਕਿ ਮੈਂ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕਰਾਂ, ਉਹਨਾਂ ਦਾ ਨਾਮ ਹਰ ਕੋਈ ਜਾਣਦਾ ਹੈ, ਆਨਰੇਬਲ ਗੁਰਬੀਰ ਗਰੇਵਾਲ, ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਹਨ। ਉਹ ਅਮਰੀਕਨ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਿੱਖ, ਟਰਬਨਡ ਸਿੱਖ, ਇਸ ਲੈਵਲ ਤੱਕ ਪਹੁੰਚਾ ਹੈ। ਬਿਲਕੁਲ, ਸਾਨੂੰ ਇਸ ਗੱਲ ਦਾ ਬਹੁਤ ਮਾਣ ਹੈ ਔਰ ਉਹਨਾਂ ਦੇ ਵਿਚਾਰਾਂ ਤੋਂ, ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਇਹ ਪੋਜੀਸ਼ਨ ਜੋ ਅੱਜ ਜਿੱਥੇ ਉਹ ਹਨ ਇਤਨੀ ਆਸਾਨੀ ਨਾਲ ਨਹੀਂ ਮਿਲੀ। ਪਰ ਇੰਟਰਸਟਿੰਗਲੀ ਉਹਨਾਂ ਨੇ ਆਪਣੀ ਅਚੀਵਮੈਂਟ ਇਸ ਲੈਵਲ ਤੇ ਲਈ ਆ ਕਿ ਰਿਪਬਲਿਕਨ ਗਵਰਨਰ ਕ੍ਰਿਸ ਕ੍ਰਿਸਟੀ ਨੇ ਵੀ ਉਹਨਾਂ ਨੂੰ ਜਗ੍ਹਾ ਦਿੱਤੀ ਔਰ ਮੁੜ ਕੇ ਡੈਮੋਕ੍ਰੇਟ ਗਵਰਨਰ ਨੇ ਉਹਨਾਂ ਨੂੰ ਅਟਾਰਨੀ ਜਨਰਲ ਬਣਾਇਆ, ਮਾਫ ਕਰਨਾ। ਬਿਲਕੁਲ, ਔਰ ਇਹ ਸਿਰਫ ਇਸੇ ਕਰਕੇ ਕਿ ਇੱਕ ਡਿਟਰਮੀਨੇਸ਼ਨ, ਇੱਕ ਕਾਬਲੀਅਤ ਦਾ ਸਦਕਾ ਉਹ ਇਸ ਲੈਵਲ ਤੱਕ ਪਹੁੰਚੇ ਹਨ। ਔਰ ਇਹ ਇੱਕ ਬਹੁਤ ਵੱਡੀ ਇੰਸਪੀਰੇਸ਼ਨ ਹੈ ਜਿਹੜੀ ਕਿ ਅਸੀਂ ਆਪਣੇ SSC ਦੇ ਮਾਧਿਅਮ ਦੇ ਥਰੂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਸੋ ਉਹਨਾਂ ਨੇ ਉੱਥੇ ਪਹੁੰਚ ਕੇ ਇਕੱਲਾ ਲੋਕਾਂ ਨੂੰ ਮਿਲਣਾ ਹੈ ਕਿ ਸਟੇਜ ਦੇ ਉੱਤੋਂ ਐਡਰੈਸ ਵੀ ਕਰਨਾ ਹੈ? ਨਹੀਂ, ਉਹ ਸਪੀਕਰ ਵੀ ਹਨ, ਸਾਡੇ 3 ਸਪੀਕਰ ਹਨ। ਉਹਨਾਂ ਦੇ ਵਿੱਚੋਂ ਇੱਕ ਸਪੀਕਰ ਗੁਰਬੀਰ ਗਰੇਵਾਲ ਜੀ ਵੀ ਹਨ। ਉਹ ਪਬਲਿਕ ਨੂੰ ਐਡਰੈਸ ਕਰਨਗੇ। ਉਸ ਤੋਂ ਬਾਅਦ ਥੋੜ੍ਹਾ ਬਹੁਤਾ ਨੈਟਵਰਕਿੰਗ ਦਾ ਸਮਾਂ ਵੀ ਪਬਲਿਕ ਨੂੰ ਮਿਲੇਗਾ। ਤੇ ਸਾਡੇ ਦੂਸਰੇ ਜੋ ਗੈਸਟ ਹਨ ਉਹ ਹਨ ਰਵੀ ਭੱਲਾ, ਜੋ ਕਿ ਹੋਬੋਕਨ ਦੇ ਮੇਅਰ ਹਨ। ਤਾਂ ਉਹਨਾਂ ਨੂੰ ਵੀ ਸਾਰੇ ਭਲੀ ਭਾਂਤੀ ਜਾਣੂ ਹਨ ਕਿ ਉਹਨਾਂ ਨੇ ਵੀ ਇਹ ਪੋਜੀਸ਼ਨ ਜੋ ਹੈ ਬਹੁਤ ਮਿਹਨਤ ਔਰ ਮੁਸ਼ੱਕਤ ਦੇ ਨਾਲ ਹਾਸਲ ਕੀਤੀ ਹੈ। ਔਰ ਅਕਸਰ ਫੇਸਬੁੱਕ ਦੇ ਵਿੱਚ ਜਾਂ ਹੋਰ ਐਸੇ ਜਗ੍ਹਾ 'ਤੇ ਦੇਖਿਆ ਜਾਂਦਾ ਹੈ ਕਿ ਉਹ ਕਿੰਨਾ ਕਮਿਊਨਿਟੀ ਦੇ ਨਾਲ ਇਨਵੋਲਵਡ ਹਨ। ਬਿਲਕੁਲ,
ਔਰ ਇਹ ਇੱਕ ਐਸੀ ਇੰਪ੍ਰੈਸ਼ਨ ਕ੍ਰੀਏਟ ਕਰਦਾ ਹੈ ਸਾਡੀ ਸਿੱਖ ਕਮਿਊਨਿਟੀ ਦੇ ਲਈ ਜੋ ਕਿ ਇੱਕ ਰੋਲ ਮਾਡਲ ਬਣਦਾ ਹੈ, ਪ੍ਰੇਰਨਾਦਾਇਕ ਹੈ ਸਾਡੇ ਸਾਰਿਆਂ ਦੇ ਲਈ। ਰੇਸਿਜ਼ਮ ਦਾ ਸਾਹਮਣਾ ਕੀਤਾ ਉਹਨਾਂ ਨੇ, ਉਹਦੇ ਬਾਵਜੂਦ ਐਗਜ਼ਿਸਟ ਕਰ ਰਹੇ ਨੇ ਔਰ ਲੋਕਾਂ ਨੂੰ ਬੂਸਟ ਦੇ ਰਹੇ ਨੇ। ਔਰ ਪਹਿਲੀ ਵਾਰੀ ਹੋਇਆ ਅਮਰੀਕਾ 'ਚ ਕਿ ਕਿਸੇ ਸਿਟੀ ਹਾਲ ਦੇ ਬਾਹਰ ਖਾਲਸਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਹੋਵੇ ਔਰ ਪੂਰੇ ਦੂਸਰੇ ਮੁਲਕ ਦਾ ਤਿਰੰਗਾ ਝੰਡਾ ਲਹਿਰਾਇਆ ਹੋ ਗਿਆ ਹੋਵੇ, ਇੰਡੀਆ ਦਾ 15 ਅਗਸਤ ਦੇ ਨੇੜੇ ਤੇੜੇ। ਸੋ ਸਾਰਾ ਕੁਝ ਉਹਨਾਂ ਦੇ ਕਰਕੇ ਪੋਸੀਬਲ ਹੋ ਸਕਿਆ। ਬਿਲਕੁਲ ਬਿਲਕੁਲ। ਔਰ ਸਾਡੇ ਜੋ ਤੀਸਰੇ ਗੈਸਟ ਹਨ ਉਹ ਹਨ ਮਿਸਟਰ ਜੈਦੀਪ ਬਜਾਜ। ਉਹਨਾਂ ਨੇ ਇੱਕ ਬਹੁਤ ਹੀ ਛੋਟੀ ਜਿਹੀ ਕੰਪਨੀ ਜਿਹੜੀ ਕਿ ਉਹਨਾਂ ਨੇ ਆਪ ਸ਼ੁਰੂ ਕਰਕੇ ਇਸ ਵੇਲੇ ਉਹ ਕੰਪਨੀ ਜੋ ਹੈ ਉਸ ਦੇ CEO ਹਨ। ਉਹ ਕੰਪਨੀ ਤਕਰੀਬਨ 80 ਕੰਟਰੀਜ਼ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਹੈ ਔਰ ਉਹਦੇ ਵਿੱਚ 6000 EMPLOYE ਕੰਮ ਕਰਦਾ ਹੈ। ਸੋ ਇਹ ਜੋ ਸਾਰੀਆਂ ਸ਼ਖਸੀਅਤਾਂ ਹਨ ਅਸੀਂ ਜਿਨ੍ਹਾਂ ਨੂੰ ਲੈ ਕੇ ਆਏ ਹਾਂ, ਇਹਨਾਂ ਨੇ ਬਾਵਜੂਦ ਅਨੇਕਾਂ ਔਕੜਾਂ ਦੇ ਇਹ ਮੁਕਾਮ ਹਾਸਲ ਕੀਤੇ ਹਨ। ਤਾਂ ਅਸੀਂ ਆਪਣੇ ਜੋ ਸਾਡੇ ਉੱਥੇ ਗੈਸਟ ਆਉਣ ਵਾਲੇ ਹਨ ਜਾਂ ਜੋ ਵੀ ਸਾਡੀ SACC ਦੀ ਗਾਲਾ ਦੇ ਵਿੱਚ ਅਟੈਂਡੀਜ਼ ਆਉਣਗੇ, ਉਹਨਾਂ ਨੂੰ ਅਸੀਂ ਇਹਨਾਂ ਚੀਜ਼ਾਂ ਤੋਂ ਇੰਸਪਾਇਰ ਕਰਨਾ ਚਾਹੁੰਦੇ ਹਾਂ ਕਿ ਔਕੜਾਂ ਕਿੰਨੀਆਂ ਵੀ ਆਉਣ, ਅਗਰ ਸਾਡਾ ਡਿਟਰਮੀਨੇਸ਼ਨ ਹੈ, ਅਗਰ ਸਾਡਾ ਇੱਕ ਪਲੇਟਫਾਰਮ ਹੈ ਜਿਸ ਤਰ੍ਹਾਂ ਕਿ SACC ਹੈ, ਅਸੀਂ ਇਹ ਸਭ ਚੀਜ਼ਾਂ ਹਾਸਲ ਕਰ ਸਕਦੇ ਹਾਂ। ਓਕੇ ਬਲਜੀਤ ਭਾਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਕਿਸ ਕਿਸਮ ਦੇ ਲੋਕ, ਕਿਉਂਕਿ ਤੁਸੀਂ ਇਹ ਜ਼ਰੂਰ ਦੱਸੋ ਕਿ ਜਿਹੜਾ ਇਹ ਗਾਲਾ ਹੈ ਇਹਦੇ 'ਚ ਕਿਹੜੇ ਸਪੀਕਰ ਨੇ, ਉਹ ਤੇ ਭਾਜੀ ਨੇ ਦੱਸ ਦਿੱਤਾ, ਕਿਹੜੇ ਲੋਕ ਨੇ ਜਿਨ੍ਹਾਂ ਨੂੰ ਉੱਥੇ ਆਉਣ ਦਾ ਫਾਇਦਾ ਹੋਏਗਾ? ਦੇਖੋ ਜੀ, ਇਹ ਜਿਹੜਾ ਪਲੇਟਫਾਰਮ ਹੈ ਇਹ ਸਾਰਿਆਂ ਵਾਸਤੇ ਹੀ ਹੈ, ਲੇਕਿਨ ਜੇ ਮੈਂ ਸਪੈਸੀਫਿਕਲੀ ਕੈਟੇਗਰਾਈਜ਼ ਕਰਨਾ ਹੋਏ, ਸਟੂਡੈਂਟ ਵਾਸਤੇ ਬਹੁਤ ਵਧੀਆ ਪਲੇਟਫਾਰਮ ਹੈ। ਉਹ ਇੱਥੇ ਆ ਕੇ ਸਭ ਤੋਂ ਪਹਿਲਾਂ ਤੇ ਦੇਖ ਸਕਦੇ ਨੇ ਕਿ ਜਿਹੜੇ ਸਾਡੇ ਕਮਿਊਨਿਟੀ ਲੀਡਰਸ ਨੇ, ਜਿਸ ਤਰ੍ਹਾਂ ਉਹਨੇ ਭਾਜੀ ਨੇ ਦੱਸਿਆ, ਜਿਹੜੇ ਗੁਰਬੀਰ ਗਰੇਵਾਲ। ਮੈਂ ਹੁਣ ਐਗਜ਼ਾਮਪਲ ਪਹਿਲਾਂ ਮੈਂ ਦੇਣਾ ਚਾਹਾਂਗਾ ਕਿ ਕੁਝ ਦਿਨ ਪਹਿਲਾਂ ਮੈਨੂੰ ਮੌਕਾ ਮਿਲਿਆ ਆਪਣਾ ਇੱਕ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਆਰਗੇਨਾਈਜੇਸ਼ਨ ਹੈ, ਉੱਥੇ ਉਹਨਾਂ ਦਾ ਗੈਲਾ ਹੋਇਆ। 300 ਅਟਰਨੀ ਸੀ ਸਾਊਥ ਏਸ਼ੀਅਨ, ਜਿਹਦੇ ਵਿੱਚ 2 ਲੋਕਾਂ ਨੂੰ ਸਟੈਂਡਿੰਗ ਓਵੇਸ਼ਨ ਮਿਲਿਆ। ਉਹ ਸੀ ਸਾਡੇ ਆਪਣੇ ਰਵੀ ਪੱਲਾ ਤੇ ਆਪਣੇ ਗੁਰਬੀਰ ਗਰੇਵਾਲ। ਹੁਣ ਐਵੇਂ ਦੀਆਂ ਸ਼ਖਸੀਅਤਾਂ ਸਾਡੀ ਕਮਿਊਨਿਟੀ ਦੇ ਵਿੱਚ ਨੇ, ਜਦੋਂ ਉਹ ਆਣਗੇ ਉੱਥੇ ਤੇ ਸਟੂਡੈਂਟਸ ਨੂੰ ਉਹਨਾਂ ਕੋਲੋਂ ਇੰਸਪਾਇਰ ਹੋਣ ਦਾ ਮੌਕਾ ਮਿਲੇਗਾ। ਦੂਜਾ, ਉਹਨਾਂ ਨਾਲ 1-to-1 ਇੰਟਰੈਕਸ਼ਨ ਕਰਨ ਦਾ ਮੌਕਾ ਮਿਲੇਗਾ। ਸੋ ਯੂਥ ਕਰਾਊਡ ਜਿਹੜਾ ਆ, ਯੰਗ ਕਰਾਊਡ ਜਿਹੜਾ ਹਾਲੇ ਜ਼ਿੰਦਗੀ ਦੇ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਆ, ਡਿਗਰੀਆਂ ਪੂਰੀਆਂ ਕਰ ਰਿਹਾ ਜਾਂ ਕਾਰਪੋਰੇਟ ਵਰਲਡ 'ਚ ਐਂਟਰ ਹੋ ਰਿਹਾ, ਉਹਨਾਂ ਨੂੰ ਪਹਿਲਾ ਸੱਦਾ ਤੁਸੀਂ ਦੇਣਾ ਚਾਹੁੰਦੇ? ਬਿਲਕੁਲ ਬਿਲਕੁਲ, ਉਹਨਾਂ ਨੂੰ ਪਹਿਲਾ ਸੱਦਾ ਹੈ। ਦੂਜਾ, ਜਿਹੜੇ ਸਾਡੇ ਪ੍ਰੋਫੈਸ਼ਨਲਸ ਨੇ ਜਾਂ ਬਰਨਿੰਗ ਐਂਟਰਪ੍ਰੀਨਿਓਰਸ ਨੇ, ਉਹਨਾਂ ਵਾਸਤੇ ਵੀ ਖੁੱਲ੍ਹਾ ਸੱਦਾ ਹੈ, ਕਿਉਂਕਿ ਜਿਹੜੇ ਦੂਸਰੇ ਸਾਡੇ ਇੱਕ ਹੋਰ ਗੈਸਟ ਨੇ ਜੈਦੀਪ ਬਜਾਜ, ਹੁਣ ਉਹਨਾਂ ਨੇ ਇੰਨੀ ਛੋਟੀ ਜਿਹੀ ਉਮਰ 'ਚ 30 ਸਾਲ ਦੀ ਉਮਰ ਸੀ ਜਦੋਂ ਉਹ ਕੰਪਨੀ ਦੇ CEO ਬਣੇ। ਔਰ ਜਿਸ ਤਰ੍ਹਾਂ ਭਾਜੀ ਨੇ ਕਿਹਾ 6000 ਤੋਂ ਉੱਤੇ EMPLOYEES ਨੇ, 80 ਕੰਟਰੀਆਂ ਦੇ ਵਿੱਚ ਉਹ ਮੈਨੇਜਮੈਂਟ ਕੰਸਲਟਿੰਗ ਕੰਪਨੀ ਹੈ ਜਿਹੜੀ ਉਹ ਸਰਵ ਕਰ ਰਹੀ ਹੈ। ਤੇ ਜਿਹੜੇ ਆਪਣੇ ਐਜ਼ ਐਨ ਐਂਟਰਪ੍ਰੀਨਿਓਰ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੁੰਦੇ, ਉਹਨਾਂ ਵਾਸਤੇ ਗ੍ਰੇਟ ਓਪਰਚੁਨਿਟੀ ਹੈ ਉਹਨਾਂ ਕੋਲ ਸਿੱਖਣ ਦੀ ਕਿ ਉਹਨਾਂ ਨੇ ਕਿਹੜੇ ਚੈਲੰਜਸ ਨੂੰ ਪਾਸ ਕਰਕੇ ਇੱਥੇ ਤੱਕ ਪਹੁੰਚੇ ਨੇ ਤੇ ਕੀ ਉਹਨਾਂ ਦਾ ਮੈਸੇਜ ਹੈਗਾ ਯੂਥ ਨੂੰ, ਤੇ 1-to-1 ਇੰਟਰੈਕਸ਼ਨ ਦਾ ਜਿਹੜਾ ਮੌਕਾ ਮਿਲਣਾ ਹੈ। ਉਸ ਦੇ ਬਾਅਦ ਜਿਹੜੇ ਹੁਣ ਐਂਟਰਪ੍ਰੀਨਿਓਰਸ ਨੇ, ਜਿਹੜੇ ਕੈਰੀਅਰ ਪ੍ਰੋਫੈਸ਼ਨਲਸ ਹੈਗੇ ਨੇ, ਉਹਨਾਂ ਨੂੰ ਵੀ 1-to-1 ਇੰਟਰੈਕਸ਼ਨ ਕਰਨ ਦਾ, ਨੈਟਵਰਕਿੰਗ ਕਰਨ ਦਾ ਮੌਕਾ ਹੈ, ਕਿਉਂਕਿ ਐਜ਼ ਅ ਪ੍ਰੋਫੈਸ਼ਨਲ ਅਸੀਂ ਗਰੋਥ ਤਾਂ ਹੀ ਕਰਦੇ ਹਾਂ ਜਦੋਂ ਅਸੀਂ ਸੋਸ਼ਲੀ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਹਾਂ, ਸਿੱਖਦੇ ਹਾਂ ਤੇ ਉਸ ਪਲੇਟਫਾਰਮ ਤੇ ਆ ਕੇ ਸਮਝਣ ਦਾ ਮੌਕਾ ਵੀ ਮਿਲਦਾ ਹੈ। ਹਾਂਜੀ। ਹੋਰ ਜਿਵੇਂ ਸਾਡਾ ਜਿਹੜਾ ਥੀਮ ਹੈਗਾ ਇਸ ਸਾਲ ਉਹ ਹੈਗਾ ਬ੍ਰੇਕਿੰਗ ਬੈਰੀਅਰਸ। ਹੋਰ ਇਹ ਜਿਹੜੇ ਸਾਡੇ ਗੈਸਟ ਨੇ ਬਿਲਕੁਲ ਉਹਦੇ ਨਾਲ ਰੈਜ਼ੋਨੇਟ ਕਰਦੇ ਨੇ ਕਿ ਉਹਨਾਂ ਨੇ ਐਕਚੁਅਲੀ ਬੈਰੀਅਰਸ ਨੂੰ ਬ੍ਰੇਕ ਕਰਕੇ ਇੱਥੇ ਪਹੁੰਚੇ ਨੇ, ਤੇ ਜਿਹੜੀਆਂ ਚੀਜ਼ਾਂ ਕਦੇ ਨਹੀਂ ਹੋਈਆਂ ਸੀ ਉਹ ਕੀਤੀਆਂ। ਐਗਜ਼ੈਕਟਲੀ। ਤੇ ਹੁਣ ਰਵੀ ਪੱਲਾ ਨਾਲ ਸਾਡੀ ਮੇਰੀ ਪਰਸਨਲੀ ਕਿੰਨੀ ਵਾਰੀ ਗੱਲ ਹੋਈ ਹੈ, ਤੇ ਉਹ ਜੋਕਿੰਗਲੀ ਕਈ ਵਾਰੀ ਕਹਿੰਦੇ ਨੇ ਕਿ ਜਦੋਂ ਮੈਂ ਆਫਿਸ ਵਾਸਤੇ ਆਪਣਾ ਕਰ ਰਿਹਾ ਸੀ, ਇਲੈਕਟ ਹੋਣ ਵਾਸਤੇ ਮੈਂ ਕਰ ਰਿਹਾ ਸੀ ਨਾ, ਕੰਟੈਸਟ ਕਰ ਰਿਹਾ ਸੀ, ਤੇ ਮੈਨੂੰ ਇੱਕ ਕੁਐਸਚਨ ਆਉਂਦਾ ਸੀ ਕਿ ਹੁਬਕੁਨ 'ਚ ਕਿੰਨੇ ਕੁ ਲੋਕ ਹੈਗੇ ਨੇ ਜਿਹੜੇ ਸਿੱਖ ਨੇ ਜਾਂ ਇੰਡੀਅਨ ਨੇ। ਉਹ ਕਹਿੰਦਾ ਸੀ ਮੇਰਾ ਭਰਾ ਹੈਗਾ, ਮੈਨੂੰ ਇੰਨਾ ਪਤਾ, ਹੋਰ ਕੋਈ ਨਹੀਂ। ਤੇ ਡਿਸਪਾਈਟ ਆਲ ਦੈਟ ਉਹਨਾਂ ਨੇ ਇੰਨਾ ਹਾਰਡ ਵਰਕ ਕੀਤਾ, ਸਵੇਰੇ 5 ਵਜੇ ਉੱਠਣਾ ਜਾਂ ਜੋ ਵੀ ਉਹਨਾਂ ਨੇ ਕੀਤਾ। ਕੋਈ ਯੂਥ ਸੋਚ ਨਹੀਂ ਸਕਦਾ ਸੀ ਕਿ ਕੋਈ ਸਿੱਖ ਜੋ ਟਰਬਨ ਵੇਅਰ ਕਰਦਾ ਉਹ ਹੁਬਕੁਨ ਦਾ। ਸੋ ਇਹ ਜ਼ਿਆਦਾ ਵੱਡੀ ਅਚੀਵਮੈਂਟ ਹੈ ਕਿ ਜਿੱਥੇ ਤੁਹਾਡੀ ਆਪਣੀ ਕਮਿਊਨਿਟੀ ਨਹੀਂ ਹੈ, ਤੁਸੀਂ ਉੱਥੇ ਲੋਕਾਂ ਨੇ ਤੁਹਾਡੇ ਤੇ ਟਰਸਟ ਕੀਤਾ। ਬਿਲਕੁਲ ਐਗਜ਼ੈਕਟਲੀ। ਔਰ ਇੱਕ ਟਰਬਨ ਵੇਅਰਿੰਗ ਬੰਦਾ ਉਹ ਇਸ ਤਰ੍ਹਾਂ ਆ ਕੇ ਔਰ ਸਿੱਖ ਕਮਿਊਨਿਟੀ ਵਾਸਤੇ ਗ੍ਰੇਟ ਪ੍ਰਾਈਡ ਲੈ ਕੇ ਆਏ ਨੇ। ਕਰੈਕਟ। ਔਰ ਜਦੋਂ ਕਦੇ ਇਹੋ ਜਿਹੇ ਲੋਕਾਂ ਦੇ ਖਿਲਾਫ, ਗੁਰਬੀਰ ਗਰੇਵਾਲ ਜਾਂ ਰਵੀ ਭੱਲਾ ਦੇ ਖਿਲਾਫ ਕਦੇ ਵੀ ਕੋਈ ਵਰਬਲ ਅਟੈਕ ਜਾਂ ਰੇਡੀਓ ਦੀ ਗੱਲ ਹੋਈ, ਜਿਹੜੀਆਂ ਪਿਛਲੇ ਹਾਈਲਾਈਟ ਹੋਈਆਂ ਨੇ, ਤਾਂ ਉਹਨਾਂ ਨੂੰ ਡਿਫੈਂਡ ਕਰਨ ਵਾਲਿਆਂ ਦੇ ਵਿੱਚ ਵੀ ਜਿਹੜੇ ਸਿੱਖ ਸੀ ਉਹ ਤਾਂ ਸੀਗੇ ਹੀ, ਉਹਨਾਂ ਦੇ ਸਥਾਨਕ ਕਮਿਊਨਿਟੀ ਦੇ, ਚਾਹੇ ਉਹ ਗੋਰੇ ਹੋਣ, ਸਪੈਨਿਸ਼ ਹੋਣ ਜਾਂ ਬਲੈਕ ਕਮਿਊਨਿਟੀ ਦੇ ਲੋਕ ਹੋਣ, ਉਹ ਪੂਰੇ ਜ਼ੋਰ ਸ਼ੋਰ ਨਾਲ ਖੜੇ ਨਜ਼ਰ ਆਏ ਨੇ। ਸੋ ਯਕੀਨਨ ਉਹ ਇੱਕ ਤਰ੍ਹਾਂ ਨਾਲ ਪਿਲਰਸ ਹੈਗੇ ਨੇ ਕਮਿਊਨਿਟੀ ਦੇ ਜਿਹੜੇ ਉਹ ਖੜੇ ਨੇ। ਮੈਂ ਇੱਕ ਇੰਟਰਸਟਿੰਗ ਚੀਜ਼ ਜਿਹੜੀ ਮੈਨੂੰ ਇਹਨਾਂ ਦੋਨਾਂ ਦੇ ਸਟੇਜ ਤੇ ਹੋਣ ਤੋਂ ਫੀਲ ਹੁੰਦੀ ਆ ਅੱਜ ਤੱਕ, ਕਿਉਂਕਿ ਮੈਨੂੰ ਪਹਿਲਾਂ ਤੁਹਾਨੂੰ ਕਿਹਾ ਕਿ ਇਹ ਪ੍ਰੋਫਾਈਲ ਥੋੜਾ ਵੱਡਾ ਹੋਇਆ ਲੱਗ ਰਿਹਾ ਪਹਿਲੇ ਨਾਲੋਂ, ਅੱਜ ਤੱਕ ਜੋ ਤੁਸੀਂ ਲੋਕਾਂ ਨੂੰ ਲਿਆਉਂਦੇ ਸੀ ਉਹ ਮੋਸਟਲੀ ਲੋਕਾਂ ਨੂੰ ਇਹ ਸਮਝਾਉਣ ਲਈ ਆਉਂਦੇ ਸੀ ਕਿ ਉਹਨਾਂ ਨੇ ਕਿੱਦਾਂ ਔਕੜਾਂ ਨਾਲ ਡੀਲ ਕਰਕੇ ਤੇ ਕਾਰਪੋਰੇਟ ਵਰਲਡ 'ਚ ਸਕਸੈਸ ਹਾਸਲ ਕੀਤਾ। ਤੁਸੀਂ 2 ਲੋਕ ਉਹ ਲਿਆਏ ਹੋ ਜਿਹੜੇ ਪਬਲਿਕ ਸੈਕਟਰ ਦੇ ਵਿੱਚ ਵੋਟ ਦੇ ਜ਼ਰੀਏ ਵੀ ਜਿੱਤੇ ਨੇ ਔਰ
ਵੋਟ ਦੇ ਜ਼ਰੀਏ ਜਿੱਤ ਕੇ ਚੋਟੀ ਤੇ ਪਹੁੰਚ ਚੁੱਕੇ ਲੋਕਾਂ ਦਾ ਟਰਸਟ ਹਾਸਲ ਕਰਕੇ ਵੀ ਆਪਣੀ ਥਾਂ ਤੇ ਮੌਜੂਦ ਨੇ। ਸੋ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਲਗਾਤਾਰ ਰੋਣਾ ਰੋਂਦੇ ਆ ਕਿ ਜੀ ਸਾਡੀ ਕਮਿਊਨਿਟੀ ਵੈਸੇ ਬੜੀ ਸਟਰੋਂਗ ਹੈ, ਪੈਸੇ ਵੀ ਕਮਾ ਰਹੀ, ਸਕਸੈਸਫੁਲ ਵੀ ਹੈ, ਪਰ ਅਸੀਂ ਆਪਣੀ ਆਵਾਜ਼ ਨਹੀਂ ਕਿਤੇ ਲਿਆ ਸਕੇ, ਉਹਦੇ ਵਾਸਤੇ ਵੀ ਇੱਕ ਮੋਟੀਵੇਟਰ ਦੇ ਤੌਰ ਤੇ ਸਟੇਜ ਤੇ ਨਜ਼ਰ ਆਉਣਗੇ? ਹਾਂਜੀ ਬਿਲਕੁਲ, ਅਸੀਂ ਫੁੱਲੀ ਐਗਰੀ ਕਰਦੇ ਹਾਂ ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਜਿਹੜੀ ਕਮਿਊਨਿਟੀ ਹੈ ਇੰਡੀਵਿਜੂਅਲ ਲੈਵਲ ਤੇ ਅਸੀਂ ਜੋ ਸਿੱਖ ਕਮਿਊਨਿਟੀ ਹੈ ਬਹੁਤ ਹਾਰਡ ਵਰਕਿੰਗ ਕਮਿਊਨਿਟੀ ਹੈ, ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਇੰਡੀਵਿਜੂਅਲ ਸਕਸੈਸ ਵੀ ਬਹੁਤ ਅਚੀਵ ਕੀਤੇ ਨੇ, ਪਰ ਐਜ਼ ਅ ਕਮਿਊਨਿਟੀ ਅਸੀਂ ਉਹ ਨਹੀਂ ਅਚੀਵ ਕਰ ਸਕੇ ਹੁਣ ਤੱਕ ਜੋ ਸਾਨੂੰ ਕਰਨਾ ਚਾਹੀਦਾ। ਰਿਲੀਜੀਅਸ ਅਸੀਂ ਕਾਫੀ ਸਾਰੀਆਂ ਆਰਗੇਨਾਈਜੇਸ਼ਨ, ਸਾਡੇ ਗੁਰਦੁਆਰਾਸ ਵਗੈਰਾ ਵੀ ਨੇ, ਉੱਥੇ ਅਸੀਂ ਕਾਫੀ ਖੁੱਲੇ ਦਿਲ ਨਾਲ ਜਨਰਸ ਹੋ ਕੇ ਅਸੀਂ ਸਪੋਰਟ ਕਰਦੇ ਹਾਂ, ਪਰ ਉਹਨਾਂ ਚਾਰ ਦੀਵਾਰਾਂ ਚੋਂ ਅੱਗੇ ਨਹੀਂ ਜਾ ਰਹੇ ਸੀ ਹੁਣ ਤੱਕ। ਪਰ ਇਹ ਜਿਹੜੀ ਫਸਟ ਟਾਈਮ ਇਸ ਤਰ੍ਹਾਂ ਹੋਇਆ ਕਿ ਇਹ ਜਿਹੜੀ ਬਿਜ਼ਨਸ ਕਮਿਊਨਿਟੀ ਹੋਰ ਜਿਹੜਾ ਵਿਜ਼ਨ ਹੈਗਾ ਪੂਰਾ ਗਲੋਬਲ ਲੈਵਲ ਤੇ ਜਾਣ ਦਾ ਵਿਜ਼ਨ ਹੈਗਾ। ਹੁਣ ਸਟਾਰਟ ਅਸੀਂ ਨਿਊ ਜਰਸੀ ਤੋਂ ਕੀਤਾ, ਅੱਜ ਚੈਪਟਰਸ ਜਿਹੜੇ ਕਾਫੀ ਸਾਰੀ ਸਟੇਟਸ ਵਿੱਚ ਨੇ, ਇੰਡੀਆ ਵਿੱਚ ਨੇ, ਦੂਸਰੀ ਕੰਟਰੀਜ਼ ਦੀ ਗੱਲ, ਕੈਨੇਡਾ ਵਿੱਚ ਹੈਗੇ ਨੇ। ਹਾਂਜੀ, ਕੈਨੇਡਾ ਵਿੱਚ ਚੈਪਟਰ, ਉਹਦੇ ਬਾਅਦ ਫਿਰ ਆਪਣਾ ਦਿੱਲੀ ਦੇ ਵਿੱਚ, ਚੰਡੀਗੜ੍ਹ 'ਚ ਚੈਪਟਰ, ਇੱਥੇ ਯੂਐਸ ਵਿੱਚ ਵੀ ਨਿਊਯਾਰਕ ਹੋ ਗਿਆ, ਕੈਂਟਕੀ ਹੋ ਗਿਆ, ਉਹਦੇ ਬਾਅਦ ਵਾਸ਼ਿੰਗਟਨ ਡੀਸੀ 'ਚ ਸਾਡਾ ਇੱਕ ਚੈਪਟਰ ਹੈਗਾ, ਔਰ ਉਹ ਸਾਰੇ ਲੋਕ ਇਸ ਗੈਲਾ ਦੇ ਵਿੱਚ ਪਹੁੰਚਣਗੇ ਵੀ। ਕਿੱਦਾਂ ਪਹੁੰਚ ਸਕਦੇ ਹੋ ਤੁਸੀਂ ਇਹਦੇ ਬਾਰੇ ਜਾਣਕਾਰੀ ਦੇਣ ਵਾਸਤੇ, ਔਰ ਰਜਿਸਟਰ ਕਿੱਦਾਂ ਕਰਾਉਣਾ ਇਹਦੇ ਵਾਸਤੇ ਮੁੱਦਰ ਭਾਜੀ ਸਾਡੇ ਨਾਲ ਮੌਜੂਦ ਨੇ, ਔਰ ਹਰਪ੍ਰੀਤ ਸਿੰਘ ਜਿਹੜੇ ਯੂਥ ਕਨੈਕਟ ਦੇ ਨਾਲ ਸੰਬੰਧਿਤ ਨੇ ਉਹ ਸਾਡੇ ਨਾਲ ਬ੍ਰੇਕ ਤੋਂ ਬਾਅਦ ਜੁੜਨਗੇ। ਬਲਜੀਤ ਭਾਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਵਕਤ ਕਿ ਸਾਨੂੰ ਇਹਨਾਂ ਕੁਝ ਐਕਸਪਲੇਨ ਕੀਤਾ। ਅਸੀਂ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ SSCC ਦੇ ਬੋਰਡ ਮੈਂਬਰਸ ਔਰ ਮੈਂਬਰਸ ਦੇ ਨਾਲ, ਸਿੱਖ ਅਮਰੀਕਨ ਚੈਂਬਰ ਆਫ ਕਾਮਰਸ, ਜਿਨ੍ਹਾਂ ਦਾ ਗੈਲਾ ਇਸ ਵਾਰੀ ਇਸ ਅਕਤੂਬਰ ਦੇ ਵਿੱਚ, ਇਸੇ ਮਹੀਨੇ ਦੇ ਵਿੱਚ ਫਿਰ ਹੈ 13 ਅਕਤੂਬਰ ਨੂੰ ਮੁੱਦਰ ਭਾਜੀ, ਬਿਲਕੁਲ 13 ਅਕਤੂਬਰ ਨੂੰ ਇਸ ਵਾਰ ਫਿਰ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਦਾ ਗੈਲਾ ਹੈ। ਔਰ ਹਰਪ੍ਰੀਤ ਸਿੰਘ ਜਿਹੜੇ ਪ੍ਰੋਗਰਾਮ ਐਨਲਿਸਟ ਨੇ ਮੈਨਹਟਨ ਦੇ ਵਿੱਚ, ਨਿਊਯਾਰਕ ਦੇ ਵਿੱਚ, ਉਹ ਵੀ ਸਾਡੇ ਨਾਲ ਮੌਜੂਦ ਨੇ। ਹਰਪ੍ਰੀਤ ਨੇ ਮੁੰਬਈ ਤੋਂ ਇੱਥੇ ਆ ਕੇ ਐਜੂਕੇਸ਼ਨ ਵੀ ਹਾਸਲ ਕੀਤੀ ਔਰ ਉਸ ਤੋਂ ਬਾਅਦ ਇੱਥੇ ਹੀ ਇਹ ਪ੍ਰੋਫੈਸ਼ਨਲੀ ਸਕਸੈਸਫੁਲ ਵੀ ਹੋਏ ਨੇ, ਔਰ ਸਿੱਖ ਅਮਰੀਕਨ ਚੈਂਬਰ ਆਫ ਕਾਮਰਸ ਦੇ ਵਿੱਚ ਯੂਥ ਕਨੈਕਟ ਦੇ ਇਸ਼ੂਜ਼ ਤੇ ਜ਼ਿਆਦਾ ਕੰਮ ਕਰਦੇ ਨੇ। ਹਰਪ੍ਰੀਤ, ਥੈਂਕ ਯੂ ਫॉर योर ਟਾਈਮ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਇੱਥੇ ਯੂਥ ਕਨੈਕਟ ਦੇ ਇਸ਼ੂਜ਼ ਤੇ ਕੰਮ ਕਰਦੇ ਹੋ, ਜੌਬ ਫੇਅਰ ਦੇ ਨਾਲ ਜੁੜੇ ਹੋਰ ਚੀਜ਼ਾਂ ਦੇ ਨਾਲ, ਤੇ ਜਿਹੜੇ ਤੁਸੀਂ ਵੀ ਇੱਥੇ ਆਏ ਹੋ ਇੰਡੀਆ ਤੋਂ, ਹੈ ਨਾ, ਤੁਸੀਂ ਵੀ ਇੱਥੇ ਆ ਕੇ ਉਹੀ ਸਾਰੀਆਂ ਪ੍ਰੋਬਲਮਸ ਫੇਸ ਕੀਤੀਆਂ। ਜਿਹੜੇ ਬੱਚੇ ਇੱਥੇ ਆਉਂਦੇ ਨੇ ਨੌਜਵਾਨ, ਉਹ ਕਿੱਦਾਂ ਦੀਆਂ ਪ੍ਰੋਬਲਮਸ ਲੈ ਕੇ ਆਉਂਦੇ ਨੇ ਤੇ ਇਸ ਪਲੇਟਫਾਰਮ ਤੇ ਉਹਨਾਂ ਨੂੰ ਕੀ ਤੁਸੀਂ ਐਕਸਟਰਾ ਦਿੰਦੇ ਹੋ? So first time when I came here, ਤੇ ਅਸੀਂ ਮੀਟਅਪਸ ਤੇ ਜਾਂਦੇ ਸੀ, a lot of meetup events we go and talk, but we were always very scared. ਕਿਸ ਤਰ੍ਹਾਂ ਗੱਲ ਕਰਾਂ, how do I talk to a professional? I go and talk to him, these are my problems, I want to go about it. When I came to the SSCC especially, then they mentored us and they told us, this is how you talk to them, this is how you get inspired. So basically that was the song, it's a डर ਹੁੰਦਾ ਹੈ, ਉਹ ਚਾਕਾ ਨਿਕਲ ਜਾਂਦਾ ਹੈ। Mentoring part ਨਾਲ, mentoring part is very important, and we've got so many professionals out here who are ready to help, and like reach out to us anytime, let us know when you want to come, we'll grab a coffee and we'll take over. ਔਰ ਮੈਨੂੰ ਲੱਗਦਾ ਹੈ ਕਿ ਇੱਕ ਕਮਿਊਨਿਟੀ ਸਪੈਸੀਫਿਕ ਇਸ਼ੂਜ਼ ਹੁੰਦੇ ਨੇ ਜਿਹੜੇ ਸ਼ਾਇਦ ਕਿਸੇ ਹੋਰ ਪਲੇਟਫਾਰਮ ਤੇ ਡਿਸਕਸ ਨਹੀਂ ਹੁੰਦੇ। Exactly. Like first time ਅਸੀਂ ਜਾਣੇ ਸੀ ਤੇ whenever I was like ਕਿ Virji, I'm wearing a turban, should I go and talk to him? What he was going to think about it? But they're like, no, come in, we'll take. And people are very nice in general, and actually that really helps. And SSCC has taken that wide approach of welcoming everyone. Me and my friends as well, जो दूसरे पार्ट तो आए थे भी से मुंबई तो, they're like, I don't know how to talk, and then SSCC welcomed them, come, it's all for all. It's like it's now, and for students especially, and that is the idea. When we talk about global expansion in specific, the youth is the one who's going to take us through, and that is how SSCC is be like. ਸੋ ਜੌਬ ਫੇਅਰ ਦੇ ਜ਼ਰੀਏ ਤਾਂ ਤੁਸੀਂ ਨੌਜਵਾਨਾਂ ਦੀ ਹੈਲਪ ਕਰਦੇ ਹੋ। ਜਿਹੜਾ ਹੁਣ ਗੈਲਾ ਆ ਉਹਦੇ ਵਿੱਚ ਜਿਹੜਾ ਯੂਥ ਆ ਰਿਹਾ ਉਹ ਕੀ ਹੋਰ ਸਿੱਖ ਕੇ ਜਾਏਗਾ? Youth will specially see, understand ਕਿ ਜਦ ਅਸੀਂ ਟੈਕਨੀਕਲ ਲੈਵਲ ਤੇ ਅਸੀਂ ਹੁੰਦੇ ਸੀ and understand ਬੋਲਦੇ ਸੀ ਕਿ how do I say break the barriers in specific when it comes to taking overall idea ਬੋਲਦੇ ਨਾ, ਤੇ it's basically ਉਹ ਵਾਸਤੇ very helpful ਹੈਗਾ। ਓਕੇ ਮੁੱਦਰ ਸਾਹਿਬ, ਰਜਿਸਟ੍ਰੇਸ਼ਨ ਦੀ ਗੱਲ ਥੋੜੀ ਜਿਹੀ ਕਰ ਲਈਏ, ਕਿਉਂਕਿ ਜਿਨ੍ਹਾਂ ਨੇ ਆਉਣਾ ਹੈ ਉਹਨਾਂ ਨੇ ਵੀ ਪਤਾ ਹੋਣਾ ਚਾਹੀਦਾ ਕਿ ਉਹ ਤੁਹਾਡੇ ਤੱਕ ਪਹੁੰਚਣ ਕਿੱਦਾਂ, ਰਾਈਟ? ਸੋ ਕਿਹੜੇ ਸੋਰਸਿਸ ਨੇ ਜਿਨ੍ਹਾਂ ਤੇ ਰਜਿਸਟਰ ਹੋ ਸਕਦਾ ਹੈ? SSCC ਜੋ ਹੈ ਇੱਕ ਸਾਂਝਾ ਅਦਾਰਾ ਹੈ। ਇਸ ਦੇ ਵਿੱਚ ਤੁਸੀਂ ਗਾਲਾ ਅਟੈਂਡ ਕਰਨ ਵਾਸਤੇ sscglobal.org ਦੇ ਉੱਤੇ ਲੌਗਇਨ ਕਰਕੇ, ਵੈਬਸਾਈਟ ਦੇ ਉੱਤੇ ਲੌਗਇਨ ਕਰਕੇ ਤੁਸੀਂ ਉੱਥੇ ਇਹਦਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਰਜਿਸਟ੍ਰੇਸ਼ਨ ਇਜ਼ ਓਪਨ ਟੂ ਐਵਰੀਬਡੀ ਐਂਡ ਐਨੀਬਡੀ। ਤੁਸੀਂ ਉੱਥੇ ਆ ਕੇ ਅੱਛੇ ਲੀਡਰਸ ਦੇ ਨਾਲ ਕਨੈਕਟ ਹੋ ਸਕੋਗੇ, ਉਹਨਾਂ ਦੇ ਨਾਲ ਨੈਟਵਰਕਿੰਗ ਕਰ ਸਕੋਗੇ, ਔਰ ਤੁਹਾਨੂੰ ਬਹੁਤ ਹੀ ਇਨਸਪੀਰੇਸ਼ਨ ਮਿਲੇਗੀ। ਔਰ ਲਿਬਰਟੀ ਸਾਇੰਸ ਸੈਂਟਰ ਚ ਹੋਣਾ ਇਹ ਪ੍ਰੋਗਰਾਮ ਜੋ ਹੈ ਲਿਬਰਟੀ ਸਾਇੰਸ ਸੈਂਟਰ ਜੋ ਕਿ ਜਰਸੀ ਸਿਟੀ ਦੇ ਵਿੱਚ ਹੈ, ਉੱਥੇ ਇਹ ਇੱਕ ਸਟੇਟ ਆਫ ਦੀ ਆਰਟ ਫੈਸਿਲਿਟੀ ਹੈ, ਔਰ ਉੱਥੇ ਅਸੀਂ ਇਸ ਸਾਲ ਕਰਵਾ ਰਹੇ ਹਾਂ। ਤੁਸੀਂ ਐਗਜ਼ੀਬਿਟਸ ਵੀ ਇੰਜੋਏ ਕਰ ਸਕਦੇ ਹੋ ਆ ਕੇ। ਹਡਸਨ ਦਰਿਆ ਦੇ ਕੰਢੇ ਆ, ਬਹੁਤ ਖੂਬਸੂਰਤ ਲੋਕੇਸ਼ਨ ਵੀ ਹੈ, ਔਰ ਉਸ ਪੂਰੇ ਸਾਇੰਸ ਸੈਂਟਰ ਦੇ ਵਿੱਚ ਤੁਹਾਡੇ ਵਾਸਤੇ ਜਿਹੜਾ ਇਹ ਸੈਟਅਪ ਹੋ ਰਿਹਾ ਹੈ ਉਹਦੇ ਵਿੱਚ ਆ ਕੇ
ਉਹਨਾਂ ਲੀਡਰਸ ਨੂੰ ਵੀ ਮਿਲ ਸਕਦੇ ਹੋ। ਹਰਪ੍ਰੀਤ। For youth, I will definitely say we've targeted Twitter, Facebook, Instagram, LinkedIn. All these platforms are also available for. ਸੋ ਮੈਨੂੰ ਲਿੰਕਸ ਥੋੜਾ ਜਿਹਾ ਬੋਲ ਕੇ ਦੱਸ ਸਕਦੇ ਹੋ ਇਸ ਵੇਲੇ? ਫੇਸਬੁੱਕ ਦੇ ਉੱਤੇ ਕਿੱਥੇ ਜਾਣਾ ਹੈ? Especially SSCC 6 American Chamber of Commerce ਦਾ page ਆਏਗਾ, SSCC Global American Chamber, as we have a Twitter handle too. So please feel free to reach out on all these platforms, Eventbrite links Evan. You can register through everywhere and we are open. So for all the students especially and all the youth who are looking at it, definitely reach out. So all the platforms are open. Sikh American Chamber of Commerce ਦੇ ਇਨੀਸ਼ੀਅਲਸ ਲੈ ਲਓ, SACC Global। ਇਹਦੀ ਸਰਚ ਤੁਸੀਂ ਚਾਹੇ ਟਵਿੱਟਰ ਤੇ ਮਾਰ ਲਓ, ਚਾਹੇ ਤੁਸੀਂ ਹੋਰ ਕਿਸੇ ਵੈਬਸਾਈਟ ਤੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਮਾਰ ਲਓ, ਫੇਸਬੁੱਕ ਤੇ ਕਰ ਲਓ, ਜਾਂ ਫਿਰ SSCCglobal.org ਵੈਬਸਾਈਟ ਤੇ ਜਾ ਕੇ ਰਜਿਸਟਰ ਕਰਾ ਲਓ। ਆਈ ਥਿੰਕ ਮੋਰ ਦੈਨ 5 ਪਲੇਟਫਾਰਮਸ ਆਰ ਦੇਅਰ ਜਿਹਦੇ ਤੁਸੀਂ ਰਜਿਸਟਰ ਕਰ ਸਕਦੇ ਹੋ। And we are using this hashtag called Breaking Barriers. If you just post anything out there, we'll make it a point that we'll reach out to you. For the students especially, we are always there. So Okay, explain a little, when somebody comes to that Liberty Science Center ਤਾਂ ਉਦੋਂ ਕੀ ਹੋਏਗਾ? Definitely, once you are welcomed in Mr. Vijayasan, there are a lot of exhibits out there. And then you'll have a lot of mentors too. But we as students, we'll have a lot of people who will be welcoming and just explaining them, okay, this is how you want to go and this is the people, and the Mentor Connect event is always there. So you can come and talk to us, understand what your problems, we'll share, reach out to us. Feel free to talk to us anytime and we'll be always there. So ਜੇ ਤੁਸੀਂ ਰਜਿਸਟਰ ਕਰਾ ਰਹੇ ਹੋ ਤਾਂ ਇੱਕ ਇਹ ਨਹੀਂ ਹੈ ਕਿ ਤੁਸੀਂ ਫਾਰਮਲ ਜੇ ਹਾਲ 'ਚ ਜਾ ਕੇ ਬਹਿ ਲਓਗੇ, ਪਹਿਲਾਂ ਸਾਰੇ ਲੋਕ ਉੱਥੇ ਮੌਜੂਦ ਨੇ, ਈਵਨ ਜਿਹੜੇ ਸਪੈਸ਼ਲ ਗੈਸਟ ਨੇ ਉਹ ਵੀ ਉੱਥੇ ਮੌਜੂਦ ਨੇ, ਜਿਹਨਾਂ ਨਾਲ ਤੁਸੀਂ ਇੰਟਰੈਕਸ਼ਨ ਕਰੋਗੇ ਜਾ ਕੇ, ਪਹਿਲੀ ਗੱਲ, ਰਾਈਟ? ਔਰ ਤੁਸੀਂ ਥੋੜਾ ਬਹੁਤ ਚਾਹ ਪਾਣੀ ਪੀਓਗੇ, ਇੱਕ ਦੂਸਰੇ ਨਾਲ ਗੱਲਬਾਤ ਕਰੋਗੇ, then you go into the hall. Exactly. ਫਿਰ ਜਿੱਥੇ ਤੁਸੀਂ ਸਟੇਜ ਦੇ ਉੱਤੇ ਵੀ ਚੀਜ਼ਾਂ ਸੁਣੋਗੇ, and then you can actually ask your questions, what are your doubts, these are my problems, and we have this one-on-one sessions we can actually talk to. So speakers ਦੇ ਨਾਲ ਤੁਸੀਂ one-on-one questions ਵੀ ਪੁੱਛ ਸਕਦੇ ਹੋ। Yeah, that is the idea. So it's more of a panel. It's not like one person is talking just listening. ਹਾਂ, ਸੋ ਕੱਲੇ ਲੈਕਚਰ ਦੇਣ ਨਹੀਂ ਆ ਰਹੇ ਹੋ, ਇੰਟਰੈਕਟ ਕਰਨ ਆ ਰਹੇ ਨੇ। That is the idea. ਰਾਈਟ। ਔਰ ਉਸ ਤੋਂ ਬਾਅਦ ਜਿਹੜਾ ਡਿਨਰ ਹੈ, ਡਿਨਰ ਸੈਸ਼ਨ ਦੇ ਦੌਰਾਨ ਵੀ ਅਵੇਲੇਬਲ ਨੇ, am I right? Definitely, and then you can come and talk to them. We always, when my first time I see them, it's a picture, I was like more pictures, and they're so nice, and I know they are always helpful, and especially your doubts and. ਔਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਜ਼ਿੰਦਗੀ 'ਚ ਇੰਨਾ ਟਾਈਮ ਅਵੇਲੇਬਲ ਨਹੀਂ ਹੁੰਦਾ, ਪਰ ਉਸ ਦਿਨ ਤੁਹਾਡੇ ਲਈ 3-4 ਘੰਟੇ ਕੱਢ ਕੇ ਆਉਣਗੇ, ਤੁਸੀਂ ਵਕਤ ਕੱਢ ਕੇ ਉਹਨਾਂ ਨਾਲ ਤਸੱਲੀ ਨਾਲ ਉਹ ਟਾਈਮ ਸਪੈਂਡ ਕਰ ਸਕਦੇ ਹੋ ਔਰ ਉਹ ਚੀਜ਼ਾਂ ਗੇਨ ਕਰ ਸਕਦੇ ਹੋ। ਓਕੇ, ਗੁਰਮੁਖ ਭਾਜੀ, ਪਿਛਲੇ ਸਾਰੇ ਜਿਹੜੇ ਗੈਲਾਜ਼ ਹੋਏ ਨੇ ਉਹਨਾਂ 'ਚੋਂ ਤੁਸੀਂ ਕੀ ਲਰਨ ਕੀਤਾ ਜਿਹੜਾ ਇਸ ਵਾਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ? ਤੁਹਾਨੂੰ ਲੱਗਦਾ ਕਿ ਆਹ ਚੀਜ਼ਾਂ ਇੰਪੋਰਟੈਂਟ ਸੀਗੀਆਂ, ਅਸੀਂ ਹੋਰ ਧਿਆਨ ਦਈਏ ਇਸ ਵਾਰੀ? ਜੋ ਪਿਛਲੇ ਗਾਲਾ ਹੋਏ ਹੈਗੇ ਆ, ਉਹ ਲਾਸਟ ਟਾਈਮ ਦਾ ਸੀਗਾ ਡ੍ਰੀਮ ਬਿਗਰ। ਉਸ ਵਾਰੀ ਅਸੀਂ 3 ਗੈਸਟ ਲੈ ਕੇ ਆਏ ਸੀ, ਕਮਲ ਰੇਖੀ, ਰੇਸ਼ਮਾ ਸੁਜਾਨੀ, ਵਿਜੇ ਚੱਠਾ। ਤੇ ਉਹ ਜੋ ਥੀਮ ਸੀ ਉਹ ਸੀਗਾ ਕਿ ਤੁਸੀਂ ਜਿਤਨਾ ਵੀ ਵੱਡਾ ਆਪਣੇ ਆਪ ਨੂੰ ਡ੍ਰੀਮ ਲੈਣਾ ਚਾਹੁੰਦੇ ਆ ਔਰ ਉਸ ਲਈ ਮਿਹਨਤ ਕਰੋਗੇ, ਤੁਸੀਂ ਉਸ ਨੂੰ ਅਕੰਪਲਿਸ਼ ਕਰੋਗੇ। ਤਾਂ ਇਸ ਵਾਰ ਦਾ ਜੋ ਸਾਡਾ ਥੀਮ ਹੈ ਬ੍ਰੇਕਿੰਗ ਬੈਰੀਅਰਸ, ਅਸੀਂ ਮੈਸੇਜ SSCC ਦੇ ਥਰੂ ਕਨਵੇ ਇਹ ਕਰਨਾ ਚਾਹੁੰਦੇ ਆ ਕਿ ਔਕੜਾਂ ਇਨਸਾਨ ਨੂੰ ਕਿੰਨੀਆਂ ਵੀ ਆਉਣ, ਅਗਰ ਉਹ ਡਿਟਰਮਿੰਡ ਹੈ, ਅਗਰ ਉਹ ਆਪਣੇ ਇਰਾਦੇ ਦਾ ਪੱਕਾ ਹੈ, ਤਾਂ ਅਸੀਂ SSCC ਦੇ ਪਲੇਟਫਾਰਮ ਦੇ ਥਰੂ ਉਹਨਾਂ ਨੂੰ ਹਰ ਉਹ ਸਹੂਲਤ ਮੁਹੱਈਆ ਕਰਾਵਾਂਗੇ ਜਿਸ ਦੇ ਨਾਲ ਕਿ ਉਹ ਆਪਣੇ ਟੀਚੇ ਤੇ, ਆਪਣੇ ਮੁਕਾਮ ਤੇ ਪੁੱਜਣ ਵਿੱਚ ਆਸਾਨੀ ਨਾਲ ਪੁੱਜ ਸਕਣ। ਜਿਵੇਂ ਕਿ ਚਾਹੇ ਉਹਨਾਂ ਨੂੰ ਕਿਸੇ ਫੀਲਡ ਦੇ ਵਿੱਚ ਗਾਈਡੈਂਸ ਚਾਹੀਦੀ ਹੈ, ਚਾਹੇ ਉਹਨਾਂ ਨੂੰ ਕੋਈ ਮੈਂਟਰ ਕਨੈਕਟ ਚਾਹੀਦਾ ਹੈ, ਜੇ ਕੋਈ ਬਿਜ਼ਨਸ ਐਂਟਰਪ੍ਰੈਨਿਓਰ ਹੈ ਉਹਨੂੰ ਕੈਪੀਟਲ ਚਾਹੀਦਾ ਹੈ ਤੇ ਅਸੀਂ ਕੈਪੀਟਲ ਕਨੈਕਟ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਗਰ ਕਿਸੇ ਨੂੰ ਕਿਸੇ ਕਿਸਮ ਦੀ ਇਨਫੋਰਮੇਸ਼ਨ ਚਾਹੀਦੀ ਹੈ, ਜਿੱਦਾਂ ਮਸਲਨ ਅਸੀਂ ਵਰਕਸ਼ਾਪਸ ਕਰਦੇ ਹਾਂ, ਉਹਨਾਂ ਦੇ ਵਿੱਚ ਆਪਣੀ ਬਿਜ਼ਨਸ ਕਮਿਊਨਿਟੀ ਨੂੰ ਅਸੀਂ ਐਜੂਕੇਟ ਕਰਦੇ ਹਾਂ ਕਿ ਇੰਸ਼ੋਰੈਂਸ ਕਿਸ ਤਰ੍ਹਾਂ ਕਰ ਲੈਣੀ ਚਾਹੀਦੀ ਹੈ ਜਾਂ ਬਿਜ਼ਨਸ ਦੇ ਰਿਸਕਸ ਕੀ ਹਨ। ਸ਼ਾਇਦ ਤੁਸੀਂ ਕਿਸੇ ਦੂਰ ਦੇ ਸਟੇਟ 'ਚ ਬੈਠੇ ਹੋ, ਲੋਕਾਂ ਦੇ ਨੇੜੇ ਨਹੀਂ ਹੈਗੇ। ਐਗਜ਼ੈਕਟਲੀ। ਤੇ ਇਸ ਵੇਲੇ ਆ ਕੇ ਉਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਾਡੇ ਪਾਸ SSCC ਦੇ ਵਿੱਚ ਕਰੀਬਨ 200 ਦੇ ਕਰੀਬ ਕੁਆਲੀਫਾਈਡ ਪ੍ਰੋਫੈਸ਼ਨਲਸ ਹਨ ਔਰ 500 ਦੇ ਕਰੀਬ ਐਸਪਾਇਰਿੰਗ ਜਿਹੜੇ ਕਿ ਨਵੇਂ ਆਉਣ ਵਾਲੇ ਐਂਟਰਪ੍ਰੈਨਿਓਰਸ ਹਨ, ਜਿਹੜੇ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਮਹਾਰਤ ਹਾਸਲ ਹੈ ਉਹਨਾਂ ਦੇ ਕੋਲ, ਔਰ ਉਹ ਸਾਰੇ ਹੀ ਇਸ ਚੀਜ਼ ਲਈ ਬਿਲਕੁਲ ਤਿਆਰ ਹਨ ਔਰ ਪ੍ਰਯਤਨਸ਼ੀਲ ਹਨ ਕਿ ਅਸੀਂ ਜਿਹੜੇ ਵੀ ਜ਼ਰੂਰਤਮੰਦ ਨੂੰ ਕਿਸੇ ਕਿਸਮ ਦੀ ਵੀ ਜ਼ਰੂਰਤ ਹੋਵੇ ਅਸੀਂ ਉਹਨਾਂ ਦੀ ਲੋੜ ਪੂਰੀ ਕਰ ਸਕੀਏ। ਸੋ SSCC ਮੇਰਾ ਦਰਸ਼ਕਾਂ ਨੂੰ ਇਹ ਪੁਰਜ਼ੋਰ ਦਾਅਵਾ ਹੈ ਕਿ ਤੁਸੀਂ ਆਓਗੇ, ਪੂਰਾ ਇਸ ਨੂੰ ਇੰਜੋਏ ਕਰੋਗੇ ਔਰ ਇਸ ਦਾ ਪੂਰਾ ਲਾਭ ਉਠਾ ਸਕੋਗੇ, ਕਿਉਂਕਿ ਇਸ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਹੈ। ਅਸੀਂ ਹੋਰ
ਇੱਧਰ ਉੱਧਰ ਜਾਣ ਦੀ ਬਜਾਏ ਬਹੁਤ ਸਾਰੇ ਇੰਸਟੈਂਸਸ ਐਸੇ ਆ ਜਾਂਦੇ ਆ ਕੰਸੋਲੀਡੇਟਡ ਸਪੈਸੀਫਿਕ ਪਲੇਟਫਾਰਮ ਤੁਸੀਂ ਦਿੱਤਾ ਆ Exactly. ਹਨਾ ਓਕੇ ਹਰਪ੍ਰੀਤ ਮੈਂ ਇਹ ਜਾਣਨਾ ਚਾਹੁੰਦਾ ਆ ਕਿ ਜਿੱਦਾਂ ਮੈਂ ਭਾਜੀ ਤੋਂ ਪੁੱਛਿਆ ਕਿ ਟਿਪੀਕਲ ਇਸ਼ੂਜ਼ ਕਿਹੜੇ ਸੀ ਜਿਹੜੇ ਤੁਸੀਂ ਹੁਣ ਇਸ ਵਾਰੀ ਜ਼ਿਆਦਾ ਐਡਰੈਸ ਕੀਤੇ ਆ ਟਿਪੀਕਲ ਕੁਐਸਚਨਸ ਕਿਹੜੇ ਜਿਹੜੇ ਲੋਕਾਂ ਦੇ ਦਿਮਾਗ 'ਚ ਹੁੰਦੇ ਆ ਦੈਟ ਆਈ ਵਾਂਟ ਟੂ ਨੋ ਅਬਾਊਟ ਦਿਸ ਥਿੰਗ The questions basically ਹੁੰਦੇ ਨੇ ਕਿ firstly how were you inspired to get there ਤੁਹਾਡਾ thought process ਕੀ ਸੀ ਕਿ you actually you thought ਕਿ vision ਕੀ ਸੀ ਕਿ ਮੈंने ਅੱਜ ਇਹ ਚੀਜ਼ ਕਰਨੀ ਹੈ Do people come for troubleshooting also? they do come and they usually ask I'm like ਉਹ ਹੁੰਦਾ ਨਾ for me like ਮੈਂ ਅਸੀਂ ਕਿ will I be able to achieve it and the idea and the aura of this stadium becomes so inspiring in the end ਜਦੋਂ ਅਸੀਂ ਬਾਹਰ ਨਿਕਲਨੇ and you become a different person altogether and then Virji if they can do it I can definitely do it and you have these mentors who are backing you and say you know go ahead for it anything problem comes come back to us we'll find a way and find ਕੈਪੀਟਲ ਜਾਂ ਇਨਵੈਸਟਮੈਂਟ ਦੀ ਗੱਲ ਭਾਜੀ ਨੇ ਕੀਤੀ ਸੀ ਮੈਨੂੰ ਯਾਦ ਆ ਪਿਛਲੀ ਵਾਰ ਕਮਲ ਰੇਖੀ ਕਹਿ ਗਏ ਸੀ ਵੀ ਤੁਸੀਂ ਤਿਆਰ ਹੋ ਤੇ ਅਸੀਂ ਤਿਆਰ ਬੈਠੇ ਆ ਤੁਹਾਨੂੰ ਕੁਝ ਇਨਵੈਸਟ ਕਰਨ ਦੇ ਵਾਸਤੇ ਰਾਈਟ ਸੋ ਓਕੇ ਤੁਸੀਂ ਮੈਸੇਜ ਦੇ ਰਹੇ ਸੀ ਮੈਂ ਜੋ ਤੁਹਾਨੂੰ ਟੋਕਿਆ ਜਾਂਦੇ ਜਾਂਦੇ ਹੁਣ ਜ਼ਰੂਰ ਦੱਸੋ ਕਿ ਉਹ ਉਸ ਡਿਊਰੇਸ਼ਨ ਜਿਹੜੀ ਹੈਗੀ 3-4 ਘੰਟੇ ਦੀ ਕਰੀਬ ਉਹਦੇ 'ਚ ਹੁਣ ਕੀ ਖੱਟ ਕੇ ਜਾਣਾ ਆ ਉਹ ਆਖਰੀ ਸੱਦਾ ਹੁਣ ਜ਼ਰੂਰ ਦੇ ਦਿਓ 13 ਅਕਤੂਬਰ ਦੀ ਸ਼ਾਮ ਦਾ ਆ ਸੋ ਮੇਰਾ ਪੂਰੇ ਆਪਣੇ ਦਰਸ਼ਕਾਂ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ 13 ਅਕਤੂਬਰ ਦਿਨ ਸ਼ਨੀਵਾਰ ਲਿਬਰਟੀ ਸਾਇੰਸ ਸੈਂਟਰ ਦੇ ਵਿੱਚ ਪਹੁੰਚ ਕੇ ਨਿਊ ਜਰਸੀ ਇਸ ਇਵੈਂਟ ਦਾ ਪੂਰਾ ਲਾਹਾ ਉਠਾਓ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਕਿ ਤੁਸੀਂ ਉੱਥੋਂ ਮਾਯੂਸ ਨਹੀਂ ਜਾਓਗੇ ਬਹੁਤ ਸਾਰੇ ਉੱਚ ਕੋਟੀ ਦੇ ਜੋ ਬਿਜ਼ਨਸਮੈਨ ਹਨ ਜਿਨ੍ਹਾਂ ਨੇ ਆਪਣੇ ਉੱਚੇ ਮੁਕਾਮ ਹਾਸਲ ਕੀਤੇ ਹਨ ਜਾਂ ਕਿ ਕੁਆਲੀਫਾਈਡ ਪ੍ਰੋਫੈਸ਼ਨਲਸ ਹਨ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਤੁਸੀਂ ਕਨੈਕਟ ਹੋ ਸਕੋਗੇ ਔਰ ਉਹਨਾਂ ਤੋਂ ਗਾਈਡੈਂਸ ਲੈ ਸਕੋਗੇ ਇਹ ਕੋਈ ਮੋਨੋਲੋਗ ਵਾਲੀ ਗੱਲ ਨਹੀਂ ਹੈ ਕਿ ਇਟਸ ਅ ਡਾਇਲੌਗ ਤੁਸੀਂ ਉਹਨਾਂ ਨਾਲ ਇੰਟਰੈਕਟ ਕਰ ਸਕੋਗੇ ਔਰ ਜਿਹੜੀ ਗੱਲ ਇਹਨਾਂ ਦੇ ਜਵਾਬ ਕਰ ਸਕੋਗੇ ਹਾਂ ਤੁਹਾਡੀ ਗੱਲ 'ਚ ਮੈਂ ਕੰਟਰੀਬਿਊਟ ਕਰਦੇ ਜਾਂਦੇ ਦਾ ਜਿਹੜੀ ਗੱਲ ਮੈਂ ਨੋਟ ਕੀਤੀ ਆਮ ਤੌਰ ਤੇ ਉਸ ਲੈਵਲ ਤੇ ਪਹੁੰਚ ਚੁੱਕੇ ਲੋਕਾਂ ਕੋਲ ਵਕਤ ਨਹੀਂ ਹੁੰਦਾ ਜਾਂ ਤੁਹਾਨੂੰ ਅਪਾਇੰਟਮੈਂਟਸ ਲੈਣੀਆਂ ਪੈਣੀਆਂ ਨੇ ਅਪਾਇੰਟਮੈਂਟ ਲਈ ਜਾ ਚੁੱਕੀ ਹੈ ਦੇ ਆਰ ਆਲਰੇਡੀ ਦੇਅਰ ਸਿਰਫ ਤੁਸੀਂ ਆਉਣਾ ਆ ਰਾਈਟ ਬੱਚਿਆਂ ਨੂੰ ਨਾ ਲੈ ਕੇ ਆਉਣਾ ਹੈ ਹਾਂ ਸੋ ਦੈਟ ਦੇ ਅੰਡਰਸਟੈਂਡ ਕਿ ਉਹ ਕਿਸ ਕਮਿਊਨਿਟੀ ਨਾਲ ਸੰਬੰਧਿਤ ਨੇ ਤੇ ਉਹਨਾਂ ਦੇ ਕੋਲ ਕਿੱਡੇ ਵੱਡੇ ਪਲੇਟਫਾਰਮ ਨੇ ਬੱਚਿਆਂ ਦੇ ਵਿੱਚ ਤੁਸੀਂ ਬਹੁਤ ਛੋਟੇ ਨਾ ਲਿਆਓ ਪਰ ਉਹ ਬੱਚੇ ਜਿਹੜੇ ਸਮਝ ਸਕਦੇ ਨੇ 7-8 10 ਸਾਲ ਤੋਂ ਉਤਲੇ ਬੱਚੇ ਵੀ they'll understand ਕਿ ਉਹ ਕਿੱਥੇ ਬਿਲੋਂਗ ਕਰਦੇ ਨੇ ਔਰ ਜਿਹੜਾ ਇਸ ਵੇਲੇ ਕਾਲਜ ਗੋਇੰਗ ਯੂਥ ਹੈ ਉਹਨਾਂ ਦੇ ਵਾਸਤੇ ਬਹੁਤ ਇੰਪੋਰਟੈਂਟ ਹੈ ਪੂਰੀਆਂ ਫੈਮਲੀਜ਼ ਦੇ ਵਾਸਤੇ ਵੀ ਸਤਾ ਹੈ ਸੋ ssaccglobal.org ਵੈਬਸਾਈਟ ਦੇ ਉੱਤੇ ਜਾਂ ਫਿਰ ਫੇਸਬੁੱਕ ਟਵਿੱਟਰ ਤੇ ਹੋਰ ਸਾਰੇ ਪਲੇਟਫਾਰਮਸ ਦੇ ਉੱਤੇ ਹਰਪ੍ਰੀਤ ਆਲਰੇਡੀ ਦੱਸ ਚੁੱਕੇ ਨੇ ਕਿਤੇ ਵੀ ਜਾ ਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਐਂਡ 13 ਅਕਤੂਬਰ ਨੂੰ ਤੁਹਾਨੂੰ ਉੱਥੇ ਮਿਲਾਂਗੇ ਫਿਲਹਾਲ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਲਜੀਤ ਭਾਜੀ ਵੀ ਜਿਹੜੇ ਸਾਡੇ ਕੋਲ ਆਏ ਸਨ ਥੈਂਕ ਯੂ ਵੈਰੀ ਮਚ ਔਰ ਅਗਲੀ ਵਾਰ ਫਿਰ ਕਿਸੇ ਹੋਰ ਇਸ਼ੂ ਦੇ ਵਾਸਤੇ ਗੱਲਬਾਤ ਕਰਦੇ ਮਿਲਾਂਗੇ